ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ 52 ਅੱਖਰੀ ਮਹੱਲੇ ਪੰਜਵੇਂ ਦੇ 9ਵੇਂ ਸਲੋਕ 'ਤੇ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ ਪੰਜਵਾਂ ਸਲੋਕ। ਰਾਚ ਰਹੇ ਬਿਨਤਾ ਬੇਨੋਦ ਕੁਸਮ ਰੰਗ ਬਿਖਜੋ ਸੋਰ। ਰਾਚ ਰਹੇ ਬਨੀਤਾ ਬਿਨੋਦ ਕੁਸਮ ਰੰਗ ਬਿਖ ਸੋਰ। ਨਾਨਕ ਤੈ ਸਰਨੀ ਪਰਿਓ ਬਿਨ ਸਜਾਏ ਮੈਂ ਮੋਰ ਪੌੜੀ। ਰੇ ਮਨ ਬਿਨ ਹਰ ਜੈ ਰਚੋ ਤੈ ਤੈ ਬੰਧਨ ਪਾਏ। ਜੈ ਬਿਦ ਕਤੂ ਨ ਛੂਟੀਏ ਸਾਖਤ ਤੇਉ ਕਮਾਏ। ਹਉ ਕਰਤੇ ਕਰਮ ਰਥ ਤਾਂ ਕੋ ਪਾਰ ਅਫਾਰ। ਪ੍ਰੀਤ ਨਹੀਂ ਜੋ ਨਾਮ ਸਿਉ ਤਿਉ ਏਉ ਕਰਮ ਬਿਕਾਰ। ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ। ਭਰਮ ਕੇ ਮੋਹੇ ਨਾ ਬੁਝੇ ਸੋ ਪ੍ਰਭ ਸਾਧੂ ਸੰਗ। ਲੇਖੇ ਗਣਤ ਨ ਛੂਟੀਏ ਕਾਚੀ ਪੀਤ ਨ ਸੁਧ। ਜਿਸੇ ਬਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਜਿਸੇ ਬਜਾਏ ਨਾਨਕਾ ਤੈ ਗੁਰਮੁਖ ਨਿਰਮਲ ਬੁੱਧ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਅਸੀਂ ਕਈ ਤਰ੍ਹਾਂ ਦੇ ਮਾਇਆਵੀ ਵਿਕਾਰਾਂ ਵਿੱਚ ਫਸੇ ਹੋਏ ਹਾਂ ਜੀ, ਅਤੇ ਆਪਣੇ ਅਸਲ ਤੋਂ ਬਹੁਤ ਦੂਰ ਚਲੇ ਗਏ ਹਾਂ ਜੀ। ਗੁਰੂ ਜੀ ਕਹਿੰਦੇ ਨੇ ਗੁਰਸ਼ਬਦ ਗੁਰਬਾਣੀ ਨਾਮ ਪਰਮੇਸ਼ਰ ਤੁਹਾਡੇ ਅੰਦਰ ਹੀ ਹੈ ਜੀ। ਉਸ ਨੂੰ ਜੇ ਪਹਿਚਾਨਣਾ ਹੈ ਤਾਂ ਸੱਚ ਪਰਮੇਸ਼ਰ ਦਾ ਸੱਚ ਨਾਮ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਅੰਦਰ ਵਸਾ ਕੇ ਆਪਣੇ ਹਰ ਮੂਲ ਦੀ ਪਹਿਚਾਨ ਕਰਨੀ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਕਈ ਜੀਵ ਮਾਇਆਵੀ ਵਿਕਾਰਾਂ ਦੇ ਵਿੱਚ ਰਚਿਤ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਮਾਇਆਵੀ ਰੂਪ ਵਿਸ਼ ਦਾ ਇਹ ਰੌਲਾ ਕੁਸੰਬੇ ਦੇ ਰੰਗ ਵਾਂਗ ਥੋੜ੍ਹਾ ਚਿਰ ਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸ਼ਰਨ ਵਿੱਚ ਪਵੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਕਰਕੇ ਮੈਂ ਮੇਰੀ ਅਤੇ ਮਾਇਆਵੀ ਵਿਕਾਰਾਂ ਦੀ ਭਾਵਨਾ ਖਤਮ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮੇਰੇ ਮਨ ਪਰਮੇਸ਼ਰ ਦੇ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਜਿੱਥੇ ਜਿੱਥੇ ਤੂੰ ਰੁਚਿਤ ਹੋਵੇਂਗਾ ਜੀ ਉੱਥੇ ਉੱਥੇ ਮਾਇਆਵੀ ਵਿਕਾਰਾਂ ਦੇ ਬੰਧਨ ਪੈਣਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਖਤ ਅਕਸਰ ਉਹੀ ਕੰਮ ਕਰਦਾ ਹੈ ਜੀ ਜਿਸ ਨੂੰ ਕੀਤਿਆਂ ਇਸ ਦਾ ਬਿਲਕੁਲ ਛੁਟਕਾਰਾ ਨਹੀਂ ਹੋ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਜੀਵ ਮਾਇਆਵੀ ਵਿਕਾਰਾਂ ਨੂੰ ਕਰਮਾਂ ਵਿੱਚ ਮਾਇਆਵੀ ਵਿਕਾਰਾਂ ਦੇ ਕਰਮਾਂ ਵਿੱਚ ਲੱਗ ਕੇ ਹਉਮੈ ਵਿੱਚ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦੇ ਸਿਰ ਤੇ ਉੱਤੇ ਪਾਪਾਂ ਦਾ ਅਤੇ ਵਿਕਾਰਾਂ ਦਾ ਬਹੁਤ ਭਾਰ ਚੜ੍ਹ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਨਾਲ ਪ੍ਰੀਤ ਪ੍ਰੇਮ ਕਾਇਮ ਨਹੀਂ ਹੋਇਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤਾਂ ਇਹ ਸਾਰੇ ਕਰਮ ਵਿਅਰਥ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਜੀਵ ਮਿੱਠੀ ਮਾਇਆਵੀ ਵਿਕਾਰਾਂ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਜੀਵ ਜਮ ਦੀ ਰੱਸੀ ਨਾਲ ਬੰਨ੍ਹੇ ਜਾਂਦੇ ਹਨ ਜੀ। ਭਾਵ ਉਹਨਾਂ ਦਾ ਜਨਮ ਮਰਨ ਦਾ ਗੇੜ
ਚੱਲਿਆ ਰਹਿੰਦਾ ਹੈ ਜੀ। ਉਹ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਜੀ। ਉਹਨਾਂ ਦੀ ਖਲਾਸੀ ਨਹੀਂ ਹੁੰਦੀ ਜੀ। ਅਤੇ ਭਰਮ ਦੇ ਮੋਏ ਹੋਏ ਉਹ ਇਹ ਨਹੀਂ ਸਮਝਦੇ ਜੀ ਕਿ ਉਹ ਪਰਮੇਸ਼ਰ ਤਾਂ ਸਦਾ ਹੀ ਉਹਨਾਂ ਦੇ ਅੰਗ ਸੰਗ ਅੰਦਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਆਵੀ ਕਰਮਾਂ ਦਾ ਹਿਸਾਬ ਕੀਤਿਆਂ ਖਲਾਸੀ ਨਹੀਂ ਹੁੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਕਿ ਕੱਚੀ ਕੰਧ ਧੋਣ ਨਾਲ ਸ਼ੁੱਧ ਨਹੀਂ ਹੋ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਜੀਵਾਂ ਨੂੰ ਪਰਮੇਸ਼ਰ ਆਪ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਇਹ ਸੋਝੀ ਦੇਵੇ, ਉਹਨਾਂ ਗੁਰਮੁਖਾਂ ਦੀ ਬੁੱਧੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਨਿਰਮਲ ਤੇ ਪਵਿੱਤਰ ਹੋ ਜਾਂਦੀ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਮਾਇਆਵੀ ਸੰਸਾਰਿਕ ਭੋਗ ਵਿਲਾਸ ਅਤੇ ਐਸ਼ਵਰਜ ਬੜੇ ਥੋੜ੍ਹੇ ਚਿਰ ਦੇ ਹਨ ਜੀ। ਇਸ ਲਈ ਦੱਸਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਿਰਦੇ ਵਿੱਚ ਵਸਾਉਣ ਤੋਂ ਬਿਨਾਂ ਜੋ ਕਰਮ ਕੀਤੇ ਜਾਣ ਉਹ ਵਿਕਾਰ ਸਿੱਧ ਹੁੰਦੇ ਹਨ ਜੀ। ਅਤੇ ਜੀਵ ਮਾਇਆਵੀ ਵਿਕਾਰਾਂ ਦੇ ਭਰਮ ਵਿੱਚ ਆਪਣੀ ਅਸਲ ਮੂਲ ਵਾਸਤਵਿਕਤਾ ਨੂੰ ਭੁੱਲ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਹੋਰ ਸਭ ਸੋਚ ਅਤੇ ਕਰਮ ਵਿਅਰਥ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਗੁਰਮੁਖਾਂ ਨੂੰ ਪਰਮੇਸ਼ਰ ਸਹੀ ਮਾਰਗ ਉੱਤੇ ਗੁਰਸ਼ਬਦ ਗੁਰਬਾਣੀ ਮਾਰਗ ਉੱਤੇ ਪਾਉਂਦਾ ਹੈ ਜੀ, ਉਹੀ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰਨ ਕਰਕੇ ਨਿਰਮਲ ਪਵਿੱਤਰ ਬੁੱਧੀ ਵਾਲੇ ਬਣ ਜਾਂਦੇ ਹਨ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਕਹਿੰਦੇ ਹਨ, ਜਿਸੇ ਬਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ, ਜਿਸੇ ਬਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।